ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗੁਰਸਿੱਖੋ, ਇਹ ਮੰਗਲਾਚਰਨ ਹੈ। ਮੰਗਲਾਚਰਨ ਦਾ ਅਰਥ ਹੈ ਕੋਈ ਵੀ ਰਚਨਾ ਕਰਨ ਤੋਂ ਪਹਿਲਾਂ ਜਾਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਹਰ ਕੋਈ ਆਪਣੇ ਇਸ਼ਟ ਨੂੰ ਯਾਦ ਕਰਦਾ ਹੈ, ਉਹਦਾ ਓਟ ਆਸਰਾ ਲੈਂਦਾ ਹੈ, ਉਹਦੀ ਸ਼ਰਨ ਵਿੱਚ ਪੈ ਕੇ ਉਹਦੀ ਕਿਰਪਾ ਦਾ ਪਾਤਰ ਬਣਦਾ ਹੈ। ਇਸੇ ਹੀ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਇਸ਼ਟ ਦਾ ਮੰਗਲਾਚਰਨ ਕੀਤਾ ਹੈ। ਮੰਗਲਾਚਰਨ ਦਾ ਅਰਥ ਹੈ ਆਪਣੇ ਇਸ਼ਟ ਦੀ ਵਡਿਆਈ ਕਰਨਾ, ਸਿਫਤ ਸਲਾਹ ਕਰਨਾ, ਔਰ ਉਹਦੀ ਸ਼ਰਨ 'ਚ ਪੈ ਕੇ ਉਹਦਾ ਓਟ ਆਸਰਾ ਲੈ ਕੇ ਉਹਦੀ ਕਿਰਪਾ ਲੈਣ ਵਾਸਤੇ ਕੀਤਾ ਜਾਂਦਾ ਹੈ। ਇਸੇ ਹੀ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਇਸ਼ਟ ਦਾ ਮੰਗਲਾਚਰਨ ਕੀਤਾ ਹੈ। ਇਹ ਆਪਣੇ ਆਪ ਵਿੱਚ ਪੂਰਾ ਮੁਕੰਮਲ ਮੂਲ ਮੰਤਰ ਵੀ ਹੈ। ਮੂਲ ਮੰਤਰ ਘੱਟ ਤੋਂ ਘੱਟ ਸ਼ਬਦ ਵਰਤ ਕੇ ਕੀਤੀ ਗਈ ਗੱਲ ਸਭ ਤੋਂ ਵਧੀਆ ਗੱਲ ਹੁੰਦੀ ਹੈ। ਸੁਣਾਈ ਗਈ ਕਹਾਣੀ ਸਭ ਤੋਂ ਵਧੀਆ ਕਹਾਣੀ ਮੰਨੀ ਜਾਂਦੀ ਹੈ, ਔਰ ਇਹ ਸੰਕਸ਼ਿਪਤ ਰੂਪ ਵਿੱਚ ਹੀ ਦੱਸਣੀ ਸਭ ਤੋਂ ਵਧੀਆ ਹੁੰਦੀ ਹੈ। ਇਸੇ ਤਰ੍ਹਾਂ ਹੀ ਕਿਸੇ ਚੀਜ਼ ਦੀ ਪਰਿਭਾਸ਼ਾ ਦੇਣ ਲੱਗਿਆਂ ਘੱਟ ਤੋਂ ਘੱਟ ਸ਼ਬਦ ਵਰਤੇ ਜਾਣ, ਉਹੀ ਪਰਿਭਾਸ਼ਾ ਸਭ ਤੋਂ ਵਧੀਆ ਮੰਨੀ ਜਾਂਦੀ ਹੈ, ਉਹੀ ਡੈਫੀਨੇਸ਼ਨ ਸਭ ਤੋਂ ਵਧੀਆ ਮੰਨੀ ਜਾਂਦੀ ਹੈ। ਤੇ ਗੁਰੂ ਨਾਨਕ ਦੇਵ ਜੀ ਨੇ ਇਹ ਸਭ ਤੋਂ ਬੜੇ ਘੱਟ ਸ਼ਬਦ ਵਰਤ ਕੇ ਪਰਮਾਤਮਾ ਦੀ ਡੈਫੀਨੇਸ਼ਨ ਦੇ ਦਿੱਤੀ ਹੈ, ਔਰ ਮੰਗਲਾਚਰਨ ਵੀ ਕੀਤਾ ਹੈ। ਇਹੀ ਮੂਲ ਮੰਤਰ ਹੈ। ਮੂਲ ਮੰਤਰ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਹਰ ਕੋਈ ਆਪਣਾ ਮੰਤਰ ਪੜ੍ਹਦਾ ਹੈ। ਮੰਤਰ ਦਾ ਦੂਜਾ ਅਰਥ ਗਿਆਨ ਜਾਂ ਉਪਦੇਸ਼ ਵੀ ਹੁੰਦਾ ਹੈ, ਪਰ ਇੱਥੇ ਮੂਲ ਮੰਤਰ ਹੀ ਲੱਗਣਾ ਹੈ। ਕਿਉਂ? ਜਿਵੇਂ ਕੋਈ ਵੀ ਧਾਰਮਿਕ ਬੰਦਾ ਜਿਸ ਤੇ ਉਹਦਾ ਅਕੀਦਾ ਹੁੰਦਾ ਹੈ, ਜਿਸ ਵੀ ਉਹ ਦੇਵੀ ਦੇਵਤੇ ਕਿਸੇ ਵੀ ਚੀਜ਼ ਨੂੰ ਮੰਨਦਾ ਹੈ, ਕਿਸੇ ਹੋਰ ਅਲਪ ਸ਼ਕਤੀ ਨੂੰ ਮੰਨਦਾ ਹੈ, ਤੇ ਉਹ ਆਪਣੇ ਮੰਤਰ ਦਾ ਜਾਪ ਕਰਦਾ ਹੈ। ਪਰ ਗੁਰੂ ਨਾਨਕ ਦੇਵ ਜੀ ਨੇ ਮੂਲ ਮੰਤਰ, ਯਾਨੀ ਕਿ ਜਿਹੜਾ ਮੰਤਰਾਂ ਦਾ ਮੰਤਰ ਹੈ, ਔਰ ਜਿਹੜਾ ਮੰਤਰਾਂ ਦਾ ਮੂਲ ਹੈ, ਮੰਤਰਾਂ ਦਾ ਮੂਲ ਹੀ ਨਹੀਂ, ਜਿਹੜਾ ਸਾਰੀ ਸ੍ਰਿਸ਼ਟੀ ਦਾ ਮੂਲ ਹੈ, ਜਿਹੜਾ ਪੂਰੇ ਖੰਡਾਂ ਤੇ ਬ੍ਰਹਮੰਡਾਂ ਦਾ ਮੂਲ ਹੈ, ਉਹ ਮੂਲ ਮੰਤਰ ਪੜ੍ਹ ਕੇ ਸਾਨੂੰ ਵੀ ਸਿਖਾਇਆ ਹੈ ਕਿ ਇਹ ਮੂਲ ਮੰਤਰ
ही तुसां लोकां ने उचारना है। जिहदी ये डेफिनेशन है किहदी, उस मालक दी, उस हस्ती दी, ਇਹਦੀ ही शरण विच पैना है, उस परमात्मा की शरण विच पैना है, अकाल पुरख की शरण विच पैना है, जिहड़ा एक है, जिस वर्गा होर कोई नहीं, जिस दे बराबर दा होर कोई नहीं, वो सत है। सत यानी कि सत कदी बदलता नहीं, हमेशा इको जिहा रहिंदा है, सदा अटल रहिंदा है, सदा कायम रहिंदा है, जिसका नाम सत है। करता जिहड़ा रचनहार है, करता पुरख जो सब शरीरां विच लेटिया होया है, जिहड़ा ब्रह्मांड की आत्मा है, यानी कि ब्रह्मांड की जिंद है, पूरे ब्रह्मांड की जान है, पूरे ब्रह्मांड की पूरी सृष्टि की होंद है, जिस करके ही पूरे ब्रह्मांड ते पूरी सृष्टि की होंद कायम है। पुरख, पुरख का अगला अर्थ है मनुख, बहुत उच्चा अर्थ है। अर्थ बंदे दे भी छोटे नहीं हैं। बंदा जो उस मालक की बंदिशां विच रहिंदा है, वही बंदा है। पर मनुख जिवें साडे इलाके विच आम तौर पर आख्या जाता सी, वो बंदा काल है भाई, वो तो कोई मनुख है, यानी कि महान है, बड़ा वड्डा है, दाना बीना है। इस तरह ही पुरख, पुरख का अर्थ है मनुख। जिन्हों वड्याणा हुंदा है ना, उन्होंने आख्या जाता है आ भाई पुरखा। जदों भाई लहणा गुरु नानक देव जी कोल गए ना, उन्होंने पुरख कह के संबोधन किया सी, आ भाई पुरखा। पुरखा यानी कि आ भाई वड्या, आ भाई महान बंदिया। ये परमात्मा नूं वड्याण वास्ते एक अलंकार भी वरत्या है, क्योंकि बहुत ही बाणी अलंकार विच ही है। 470 अलंकार दे परथाई शब्द हैं पूरी बाणी विच, ते पुरख उस मालक का एड्रैस है कि वह कित्थे वे, मिलना होवे ते कित्थे मिलीए उन्होंने। इस तरह 550 बार पूरी गुरबाणी विच उस अकाल पुरख के एड्रैस दिते हुए हैं, पर सानू अज तक एक ही एड्रैस का पता है, हाथ पे नेरे वाला। हाथ पे नेरे नहीं भाई, वो साडे विच है, असीं उहदे विच हैं, उहदे पूरे ब्रह्मांड विच है। वो इन्ना नेड़े है, वो मूल है। हुण वेख लो, जिहदे विचों असीं उपजे होईए वो किन्ना कुछ दूर हुंदा साडे तो। खैर वो कदी फिर निर्भौ, वो भय तो रहत है, निर्वैर
ਉਹ ਕਿਸੇ ਨਾਲ ਵੈਰ ਨਹੀਂ ਰੱਖਦਾ। ਅਕਾਲ ਮੂਰਤ, ਅਕਾਲ, ਕਾਲ ਯਾਨੀ ਕਿ ਸਮੇਂ, ਅਕਾਲ ਯਾਨੀ ਕਿ ਸਮੇਂ ਦਾ ਉਹਦੇ 'ਤੇ ਕੋਈ ਪ੍ਰਭਾਵ ਨਹੀਂ, ਟਾਈਮ ਦਾ ਉਹਦੇ 'ਤੇ ਕੋਈ ਪ੍ਰਭਾਵ ਨਹੀਂ। ਅਕਾਲ ਦਾ ਅਗਲਾ ਅਰਥ ਮੌਤ ਤੋਂ ਰਹਿਤ, ਅਜੂਨੀ, ਸੈਭੰ। ਉਹ ਜੂਨਾਂ ਵਿੱਚ ਨਹੀਂ ਹੁੰਦਾ, ਉਹਦਾ ਜਨਮ ਨਹੀਂ ਹੁੰਦਾ। ਸੈਭੰ, ਉਹ ਆਪਣੇ ਆਪ ਤੋਂ ਆਪ ਹੀ ਪ੍ਰਕਾਸ਼ਵਾਨ ਹੈ। ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਨਾਲ। ਮੈਂ ਇੱਥੇ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਕਿ ਉਹ ਮਿਲਦਾ ਗੁਰੂ ਦੀ ਕਿਰਪਾ ਨਾਲ ਹੈ, ਨਹੀਂ। ਇੱਥੇ ਗੁਰੂ ਨਾਨਕ ਦੇਵ ਜੀ ਨੇ ਪਿੱਛੇ ਜਿਹਦੀ ਪਰਿਭਾਸ਼ਾ ਦਿੱਤੀ ਗਈ ਹੈ, ਹੁਣ ਅੱਗੇ ਜੋ ਸ਼ੁਰੂ ਕਰਨਾ ਹੈ, ਜਪ ਜੀ ਸਾਹਿਬ, ਉਹ ਸ਼ੁਰੂ ਕਰਨ ਤੋਂ ਪਹਿਲਾਂ ਕਹਿ ਰਹੇ ਹਨ ਕਿ ਉਹਦੀ ਕਿਰਪਾ ਨਾਲ। ਕਿਹਦੀ ਕਿਰਪਾ ਨਾਲ? ਜਿਸ ਵਰਗਾ ਹੋਰ ਕੋਈ ਨਹੀਂ, ਜਿਹੜਾ ਇੱਕ ਹੈ। ਤੋ ਉਹਦੇ ਵਰਗਾ ਹੋਰ ਕੋਈ ਕਿਉਂ ਨਹੀਂ? ਕਿਉਂਕਿ ਉਹ ਸਦਾ ਅਟਲ ਹੈ, ਕੋਈ ਹੋਰ ਸਦਾ ਅਟਲ ਨਹੀਂ। ਕਿਉਂ? ਕਿ ਉਹ ਆਪਣੇ ਆਪ ਤੋਂ ਆਪ ਪ੍ਰਕਾਸ਼ਵਾਨ ਹੈ। ਉਹਦਾ ਜਨਮ ਨਹੀਂ ਹੋਇਆ, ਉਹ ਜੂਨਾਂ ਵਿੱਚ ਨਹੀਂ ਹੁੰਦਾ। ਜਿਹੜਾ ਜੂਨਾਂ ਵਿੱਚ ਨਹੀਂ ਹੁੰਦਾ, ਉਹਦੇ 'ਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ ਹੁੰਦਾ। ਅਤੇ ਜਿਹੜੇ ਜੂਨਾਂ ਵਿੱਚ ਆਉਂਦੇ ਹਨ, ਉਹ ਉਹਦੇ ਵਰਗੇ ਕਿਵੇਂ ਹੋ ਸਕਦੇ ਹਨ? ਅਤੇ ਜਿੱਦਣ ਮਾਂ ਦੇ ਪੇਟ ਵਿੱਚ ਕੋਈ ਵੀ ਪ੍ਰਵੇਸ਼ ਕਰ ਗਿਆ, ਜਾਂ ਉਸ ਤੋਂ ਵੀ ਪਹਿਲਾਂ, ਉਹਨੇ ਤਾਂ ਆਪਣੀ ਜੀਵਨ ਯਾਤਰਾ ਸ਼ੁਰੂ ਕਰ ਦਿੱਤੀ। ਜੀਵਨ ਯਾਤਰਾ ਸ਼ੁਰੂ ਕਿੱਥੋਂ ਹੁੰਦੀ ਹੈ? ਖਾਣ ਪੀਣ ਤੋਂ। ਜੋ ਵੀ ਖਾਣਾ ਖਾਧਾ ਮਾਂ ਨੇ, ਪਿਓ ਨੇ, ਉਹ ਰਕਤ ਤੇ ਬਿੰਦ ਬਣਿਆ। ਜੀਵਨ ਯਾਤਰਾ ਸ਼ੁਰੂ ਕਿੱਥੋਂ ਹੋਈ? ਖਾਣ ਪੀਣ ਵਾਲੇ ਪਦਾਰਥਾਂ ਤੋਂ, ਪਾਣੀ ਤੋਂ, ਹਵਾ ਤੋਂ। ਫਿਰ ਉਹਦੀ ਅਗਲੀ ਜੀਵਨ ਯਾਤਰਾ ਮਾਂ ਦੇ ਗਰਭ ਵਿੱਚ। ਫਿਰ ਉਹ ਜੀਵਨ ਯਾਤਰਾ ਇੱਕ ਛੋਟੇ ਜਿਹੀ ਬਿੰਦ ਤੋਂ ਉਹਦਾ ਵਿਕਾਸ ਹੋਣਾ ਸ਼ੁਰੂ ਹੋ ਗਿਆ। ਉਹਨੇ ਆਪਣੀ ਜੀਵਨ ਯਾਤਰਾ ਅੱਗੇ ਸ਼ੁਰੂ ਕਰ ਦਿੱਤੀ, ਜਨਮ ਹੋ ਗਿਆ। ਫਿਰ ਅੱਗੇ ਬਚਪਨ, ਫਿਰ ਉਸ ਤੋਂ ਵੱਡਾ, ਫਿਰ ਜਵਾਨੀ। ਹਰ ਵਾਰ ਉਹਦੇ ਉੱਤੇ ਕਾਲ ਦਾ, ਸਮੇਂ ਦਾ ਹੀ ਨਹੀਂ, ਬਲਕਿ ਹਰ ਚੀਜ਼ ਦਾ ਪ੍ਰਭਾਵ। ਭੁੱਖ ਲੱਗਣੀ ਸ਼ੁਰੂ ਹੋਈ, ਹਰ ਚੀਜ਼ ਦਾ ਪ੍ਰਭਾਵ ਪਿਆ ਨਾ। ਇਹ ਹਰ ਜੂਨ ਵਿੱਚ ਆਉਣ ਵਾਲੇ 'ਤੇ ਹੈ, ਅਤੇ ਪਰਮਾਤਮਾ 'ਤੇ ਇਹ ਪ੍ਰਭਾਵ ਨਹੀਂ ਹੈ। ਇਸ ਕਰਕੇ ਉਹਦੇ ਵਰਗਾ ਕੋਈ ਨਹੀਂ। ਉਹ ਹਰ ਜਗ੍ਹਾ ਬਿਰਾਜਮਾਨ ਹੈ, ਹਰ ਸਰੀਰ ਵਿੱਚ ਲਿਟਿਆ ਹੋਇਆ ਹੈ। ਉਹ ਪੂਰੇ ਬ੍ਰਹਮਾਂਡ ਦੀ ਆਤਮਾ ਹੈ, ਉਹਦੀ ਜਿੰਦ ਹੈ, ਉਹਦੀ ਜਾਨ ਹੈ। ਪੂਰੀ ਸ੍ਰਿਸ਼ਟੀ ਦੀ ਹੋਂਦ ਉਹਦੇ ਕਰਕੇ ਹੈ। ਕੋਈ ਹੈ ਐਸਾ ਜਿਹਦੇ ਕਰਕੇ
ਪੂਰੀ ਸ੍ਰਿਸ਼ਟੀ ਦੀ ਹੋਂਦ ਕਾਇਮ ਹੋਵੇ, ਸ੍ਰਿਸ਼ਟੀ ਦਾ ਹੋਣਾ ਹੀ ਕਿਸੇ ਹੋਰ ਕਰਕੇ ਹੋਵੇ, ਇਹ ਸਾਰਾ ਕੁਝ ਉਸ ਇੱਕ ਕਰਕੇ ਹੈ, ਉਸ ਅਕਾਲ ਪੁਰਖ ਕਰਕੇ ਹੈ। ਇਸ ਕਰਕੇ ਤੇ ਉਹਦੇ ਵਰਗਾ ਹੋਰ ਕੋਈ ਨਹੀਂ ਨਾ। ਉਹ ਇੱਕ ਹੈ, ਉਹ ਇਕੱਲਾ ਹੀ ਹੈ ਆਪਣੇ ਆਪ ਵਰਗਾ। ਇਸੇ ਕਰਕੇ ਜਨਮੇਗਾ ਤੇ ਉਹ ਫਿਰ ਵੈਰ ਵਿਰੋਧ ਵੀ ਜ਼ਰੂਰ ਕਰੇਗਾ, ਧੱਕੇ ਨਾਲ ਹੀ ਹੋ ਜਾਂਦਾ। ਉਹ ਨਿਰਭਉ ਨਹੀਂ ਰਹਿ ਸਕਦਾ, ਭਉ 'ਚ ਹੀ ਰਹਿੰਦਾ ਹੈ, ਕਿਸੇ ਨੂੰ ਥੋੜ੍ਹਾ, ਕਿਸੇ ਨੂੰ ਬਹੁਤਾ। ਸਦਾ ਅਟਲ ਤੇ ਰਹਿ ਨਹੀਂ ਸਕਦਾ, ਫਿਰ ਉਹਦੇ ਵਰਗਾ ਕੋਈ ਨਹੀਂ ਨਾ। ਇਸ ਕਰਕੇ ਉਹ ਇੱਕ ਹੈ, ਉਹ ਇਕੱਲਾ ਹੈ, ਜਿਹੜਾ ਸਾਡਾ ਮੂਲ ਹੈ, ਜਿਹਦੇ ਵਿੱਚੋਂ ਸਾਰੀ ਸ੍ਰਿਸ਼ਟੀ ਪੈਦਾ ਹੁੰਦੀ ਹੈ। ਉਹ ਸਭ ਦੀ ਪਾਲਣਾ ਕਰਦਾ ਹੈ, ਉਹ ਦੇ ਵਿੱਚ ਸਾਰੀ ਉਹਦੀ ਕਿਰਤ ਸਮਾ ਜਾਂਦੀ ਹੈ, ਸਾਰੀ ਉਹਦੀ ਰਚਨਾ ਉਹਦੇ ਵਿੱਚ ਹੀ ਸਮਾ ਜਾਂਦੀ ਹੈ। ਗੁਰਸਿੱਖੋ, ਮੇਰੇ ਤੋਂ ਇਸ ਮੰਗਲਾਚਰਨ ਦੀ ਵਿਆਖਿਆ ਕਰਨ ਲੱਗਿਆਂ ਕੋਈ ਗਲਤੀ ਹੋਈ ਹੋਵੇ ਤੇ क्षमा ਦਾ ਯਾਚਕ ਹਾਂ। ਜਿਹੜੀ ਗੱਲ ਤੁਹਾਨੂੰ ਚੰਗੀ ਲੱਗ ਗਈ ਹੋਵੇ, ਲੱਗੀ ਹੋਵੇ, ਉਹਨੂੰ ਆਪਣੇ ਜ਼ਿਹਨ ਵਿੱਚ ਜ਼ਰੂਰ ਬਿਠਾ ਲੈਣਾ। ਮੂੰਹ ਮੇਰਾ ਹੈ, ਬੋਲਦਾ ਹੋਈ ਪਿਆ ਹੈ, ਇਸ ਕਰਕੇ ਇਹ ਉਹਦੀ ਬਾਣੀ ਹੈ। ਹੋ ਸਕੇ ਤੇ ਇਹਨੂੰ ਆਪਣੇ ਮਨ ਵਿੱਚ ਵਸਾਉਣ ਦੀ ਕੋਸ਼ਿਸ਼ ਕਰਨਾ, ਇਹਨੂੰ ਆਪਣੇ ਜੀਵਨ ਵਿੱਚ ਧਾਰਨ ਦੀ ਕੋਸ਼ਿਸ਼ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।